ਇੱਕ ਆਦਮੀ, ਇੱਕ ਕਤਲ ਤੇ ਇੱਕ ਅਜਿਹਾ ਸਬੂਤ ਜਿਸ ਦੇ ਆਲੇ ਦੁਆਲੇ ਪੂਰਾ ਦਾ ਪੂਰਾ ਕੇਸ ਘੁੰਮਦਾ ਹੈ। ਆਓ ਅੱਜ ਗੱਲ ਕਰਦੇ ਹਾਂ ਕਰਮ ਸਿੰਘ ਦੇ ਇਸੇ ਮਾਮਲੇ ਦੀ। ਇਹ ਸ਼ਬਦ ਨੇ ਖੁਦ ਕਰਮ ਸਿੰਘ ਦੇ ਤੇ ਇਹ ਸਿਰਫ ਬੇਗੁਨਾਹੀ ਦੀ ਇੱਕ ਦੁਹਾਈ ਨਹੀਂ, ਇਹ ਇੱਕ ਸਵਾਲ ਹੈ ਪੂਰੇ ਸਿਸਟਮ ਤੇ, ਇੱਕ ਸਵਾਲ ਜਿੱਥੇ ਇੱਕ ਇਨਸਾਨ ਦੀ ਜ਼ਿੰਦਗੀ ਦਾਅ ਤੇ ਲੱਗੀ ਹੋਈ ਹੈ। ਤੇ ਇਹੀ ਤਾਂ ਸਾਰੀ ਗੱਲ ਦੀ ਜੜ ਹੈ। ਸੋਚਣ ਵਾਲੀ ਗੱਲ ਹੈ, ਜਦੋਂ ਨਿਆਂ ਦੀ ਬੁਨਿਆਦ ਯਾਨੀ ਕਿ ਸਬੂਤ ਖੁਦ ਹੀ ਕਟਹਿਰੇ ਵਿੱਚ ਖੜਾ ਹੋਵੇ ਤਾਂ ਫਿਰ ਇਨਸਾਫ ਕਿਵੇਂ ਮਿਲੇਗਾ? ਚਲੋ ਇਸ ਕਹਾਣੀ ਨੂੰ ਸ਼ੁਰੂ ਤੋਂ ਸਮਝਦੇ ਹਾਂ। ਇਸ ਲਈ ਸਾਨੂੰ ਵਾਪਸ ਜਾਣਾ ਪੈਣਾ ਹੈ ਇੱਕ ਦਹਾਕੇ ਤੋਂ ਵੀ ਜ਼ਿਆਦਾ ਪਿੱਛੇ, ਉਸ ਸਮੇਂ ਵਿੱਚ ਜਦੋਂ ਇੱਕ ਘਟਨਾ ਨੇ ਸਭ ਕੁਝ ਬਦਲ ਕੇ ਰੱਖ ਦਿੱਤਾ। ਦੇਖੋ, ਇਹ ਤਾਰੀਖਾਂ ਬਹੁਤ ਅਹਿਮ ਨੇ। ਗੱਲ ਸ਼ੁਰੂ ਹੁੰਦੀ ਹੈ 19 ਜੁਲਾਈ 2011 ਤੋਂ, ਜਦੋਂ ਇੱਕ ਅਣਪਛਾਤੀ ਔਰਤ ਦੀ ਲਾਸ਼ ਮਿਲਦੀ ਹੈ। ਉਸੇ ਦਿਨ ਕਤਲ ਦਾ ਕੇਸ ਦਰਜ ਹੋ ਜਾਂਦਾ ਹੈ। ਫਿਰ ਅਗਸਤ ਦੇ ਅਖੀਰ ਵਿੱਚ ਪੁਲਿਸ ਦਾਅਵਾ ਕਰਦੀ ਹੈ ਕਿ ਉਨ੍ਹਾਂ ਨੇ ਇੱਕ ਚਾਕੂ ਤੇ ਕੁਝ ਕੱਪੜੇ ਬਰਾਮਦ ਕੀਤੇ ਨੇ। ਤੇ ਫਿਰ 3 ਸਤੰਬਰ ਨੂੰ ਇੱਕ ਬਹੁਤ ਹੀ ਅਹਿਮ ਪਛਾਣ ਪਰੇਡ ਕਰਵਾਈ ਜਾਂਦੀ ਹੈ। ਇਸੇ ਪਰੇਡ ਨੇ ਸਾਰੀ ਕਹਾਣੀ ਦਾ ਮੋੜ ਕੱਟਣਾ ਸੀ। ਤਾਂ ਫਿਰ ਸਵਾਲ ਉੱਠਦਾ ਹੈ, ਇਹ ਕਰਮ ਸਿੰਘ ਹੈ ਕੌਣ? ਦੇਖੋ, ਕਾਨੂੰਨੀ ਦਸਤਾਵੇਜ਼ਾਂ ਮੁਤਾਬਕ ਉਹ ਸਿਕਲੀਗੜ੍ਹ ਸਿੱਖ ਭਾਈਚਾਰੇ ਤੋਂ ਹੈ, ਇੱਕ ਅਜਿਹਾ ਖਾਨਾਬਦੋਸ਼ ਹਾਸ਼ੀਏ ਤੇ ਰਹਿਣ ਵਾਲਾ ਸਮੂਹ। ਉਹ ਗਰੀਬ ਹੈ, ਅਨਪੜ੍ਹ ਹੈ, ਯਾਨੀ ਕਿ ਸਮਾਜ ਦਾ ਇੱਕ ਬਹੁਤ ਹੀ ਕਮਜ਼ੋਰ ਹਿੱਸਾ। ਤੇ ਸਭ ਤੋਂ ਹੈਰਾਨ ਕਰਨ ਵਾਲੀ ਗੱਲ, ਇਲਜ਼ਾਮ ਲੱਗਿਆ ਆਪਣੀ ਹੀ ਭੈਣ ਦੇ ਕਤਲ ਦਾ। ਅੱਛਾ, ਤਾਂ ਫਿਰ ਪੁਲਿਸ ਨੇ ਕਰਮ ਸਿੰਘ ਨੂੰ ਦੋਸ਼ੀ ਸਾਬਤ ਕਰਨ ਲਈ ਆਪਣਾ ਕੇਸ ਕਿਵੇਂ ਬਣਾਇਆ? ਆਓ ਸਰਕਾਰੀ ਪੱਖ ਦੀਆਂ ਦਲੀਲਾਂ ਦੀ ਨੀਂਹ ਨੂੰ ਧਿਆਨ ਨਾਲ ਦੇਖੀਏ। ਪਟੀਸ਼ਨ ਦੇ ਹਿਸਾਬ ਨਾਲ ਸਾਰਾ ਕੇਸ 3 ਚੀਜ਼ਾਂ ਤੇ ਟਿਕਿਆ ਹੋਇਆ ਹੈ। 1, ਉਹ ਪਛਾਣ ਪਰੇਡ ਜਿਸ ਵਿੱਚ ਗਵਾਹਾਂ ਨੇ ਕਿਹਾ, ਹਾਂ ਜੀ ਇਹੀ ਹੈ ਉਹ ਬੰਦਾ। ਦੂਜਾ, ਕੁਝ ਬਰਾਮਦ ਕੀਤੀਆਂ ਚੀਜ਼ਾਂ ਜਿਵੇਂ ਹਥਿਆਰ ਤੇ ਕੱਪੜੇ। ਅਤੇ ਤੀਜਾ, ਕੁਝ ਗਵਾਹਾਂ ਦੇ ਬਿਆਨ। ਬਸ। ਅਤੇ ਇੱਥੇ ਸਭ ਤੋਂ ਵੱਡਾ ਪੇਚ ਹੈ, ਇਸ ਪੂਰੇ ਕੇਸ ਵਿੱਚ ਇੱਕ ਵੀ ਚਸ਼ਮਦੀਦ ਗਵਾਹ ਨਹੀਂ ਹੈ, ਯਾਨੀ ਕਿਸੇ ਨੇ ਵੀ ਆਪਣੀ ਅੱਖੀਂ ਕਤਲ ਹੁੰਦਾ ਨਹੀਂ ਦੇਖਿਆ। ਸਾਰਾ ਕੇਸ ਸਿਰਫ ਹਾਲਾਤਾਂ ਨੂੰ ਜੋੜ-ਤੋੜ ਕੇ ਬਣਾਈ ਇੱਕ ਕਹਾਣੀ ਤੇ ਖੜਾ ਹੈ। ਪਰ ਸਰਕਾਰੀ ਪੱਖ ਦੀ ਇਸ ਕਹਾਣੀ ਵਿੱਚ ਇੱਕ ਬਹੁਤ ਵੱਡੀ, ਬਹੁਤ ਗੰਭੀਰ ਖਾਮੀ ਹੈ। ਇੱਕ ਅਜਿਹਾ ਚੋਲ ਜੋ ਪੂਰੇ ਕੇਸ ਦੀਆਂ ਨੀਹਾਂ ਹਿਲਾ ਕੇ ਰੱਖ ਦਿੰਦਾ ਹੈ। ਹੁਣ ਅੱਗੇ ਵਧਣ ਤੋਂ ਪਹਿਲਾਂ ਇੱਕ ਚੀਜ਼ ਸਮਝਣੀ ਬਹੁਤ ਜ਼ਰੂਰੀ ਹੈ। ਇਹ ਪਛਾਣ ਪਰੇਡ ਜਾਂ TI ਪਰੇਡ ਹੁੰਦੀ ਕੀ ਹੈ? ਇਹ ਅਸਲ ਵਿੱਚ ਗਵਾਹ ਦੀ ਯਾਦਦਾਸ਼ਤ ਦਾ ਇੱਕ ਟੈਸਟ ਹੁੰਦਾ ਹੈ, ਤਾਂ ਜੋ ਇਹ ਪੱਕਾ ਹੋ ਸਕੇ ਕਿ ਉਹ ਬਿਨਾਂ ਕਿਸੇ ਦਬਾਅ ਜਾਂ ਇਸ਼ਾਰੇ ਦੇ ਸ਼ੱਕੀ ਨੂੰ ਪਛਾਣ ਰਿਹਾ ਹੈ। ਤੇ ਇੱਥੇ ਹੀ ਸਾਰੀ ਖੇਡ ਵਿਗੜ ਜਾਂਦੀ ਹੈ। ਦੇਖੋ, ਨਿਯਮ ਬਿਲਕੁਲ ਸਾਫ਼ ਹੈ। ਗਵਾਹਾਂ ਨੂੰ ਪਰੇਡ ਤੋਂ ਪਹਿਲਾਂ ਸ਼ੱਕੀ ਦਾ ਚਿਹਰਾ ਨਹੀਂ ਦਿਖਾਇਆ ਜਾ ਸਕਦਾ। ਪਰ ਇਸ ਕੇਸ ਵਿੱਚ ਇਲਜ਼ਾਮ ਕੀ ਹੈ ਕਿ ਗਵਾਹਾਂ ਨੂੰ ਅਸਲੀ ਪਰੇਡ ਤੋਂ ਪਹਿਲਾਂ ਹੀ ਪੁਲਿਸ ਹਿਰਾਸਤ ਵਿੱਚ ਕਰਮ ਸਿੰਘ ਨੂੰ ਦਿਖਾ ਦਿੱਤਾ ਗਿਆ ਸੀ। ਅਤੇ ਇਹ ਕੋਈ ਹਵਾ ਵਿੱਚ ਕੀਤਾ ਗਿਆ ਦਾਅਵਾ ਨਹੀਂ ਹੈ। ਪਟੀਸ਼ਨ ਵਿੱਚ ਇੱਕ ਨਿਆਇਕ ਅਧਿਕਾਰੀ ਦੇ ਬਿਆਨ ਦਾ ਜ਼ਿਕਰ ਹੈ, ਜਿਸ ਨੇ ਖੁਦ ਮੰਨਿਆ ਕਿ ਹਾਂ, ਦੋਸ਼ੀ ਨੂੰ ਪਰੇਡ ਤੋਂ ਪਹਿਲਾਂ ਗਵਾਹਾਂ ਨੂੰ ਵਿਖਾਇਆ ਗਿਆ ਸੀ। ਜ਼ਰਾ ਸੋਚੋ, ਇਸ ਇੱਕ ਬਿਆਨ ਨੇ ਪੂਰੀ ਪਰੇਡ ਦੀ ਭਰੋਸੇਯੋਗਤਾ ਤੇ ਕਿੰਨਾ ਵੱਡਾ ਸਵਾਲੀਆ ਨਿਸ਼ਾਨ ਲਗਾ ਦਿੱਤਾ। ਪਰ ਗੱਲ ਸਿਰਫ ਪਹਿਚਾਣ ਪਰੇਡ ਤੇ ਹੀ ਨਹੀਂ ਮੁੱਕਦੀ। ਕੇਸ ਵਿੱਚ ਹੋਰ ਵੀ ਕਈ ਕਮਜ਼ੋਰੀਆਂ ਸਨ। ਜਿਹੜੇ ਹਥਿਆਰ ਦੀ ਗੱਲ ਹੋ ਰਹੀ ਸੀ, ਉਸ ਤੇ ਫੋਰੈਂਸਿਕ ਰਿਪੋਰਟ ਕੁਝ ਵੀ ਸਾਬਤ ਨਹੀਂ ਕਰ ਸਕੀ। ਖੂਨ ਦਾ ਗਰੁੱਪ ਵੀ ਪੱਕਾ ਮੇਲ ਨਹੀਂ ਖਾ ਰਿਹਾ ਸੀ। ਇੱਥੋਂ ਤੱਕ ਕਿ ਗਵਾਹਾਂ ਨੇ ਮੰਨਿਆ ਕਿ ਦਸਤਾਵੇਜ਼ਾਂ ਤੇ ਦਸਤਖਤ ਥਾਣੇ ਵਿੱਚ ਕਰਵਾਏ ਗਏ। ਤੇ ਸਭ ਤੋਂ ਵੱਡਾ ਸਵਾਲ, ਕਤਲ ਦਾ ਮਕਸਦ ਕੀ ਸੀ? ਇਸ ਦਾ ਜਵਾਬ ਕਿਸੇ ਕੋਲ ਨਹੀਂ ਸੀ। ਅਤੇ ਇਹ ਗੱਲ ਸਿਰਫ ਬਚਾਓ ਪੱਖ ਨਹੀਂ ਕਹਿ ਰਿਹਾ। ਖੁਦ ਭਾਰਤ ਦੀ ਸੁਪਰੀਮ ਕੋਰਟ ਨੇ ਇੱਕ ਇਤਿਹਾਸਿਕ ਫੈਸਲੇ ਵਿੱਚ ਸਾਫ਼-ਸਾਫ਼ ਕਿਹਾ ਹੈ ਕਿ ਜੇ ਤੁਸੀਂ ਦੋਸ਼ੀ ਨੂੰ ਪਰੇਡ ਤੋਂ ਪਹਿਲਾਂ ਗਵਾਹ ਨੂੰ ਦਿਖਾ ਦਿੰਦੇ ਹੋ ਤਾਂ ਉਹ ਪਰੇਡ ਬੇਮਾਨਾ ਹੋ ਜਾਂਦੀ ਹੈ, ਉਸ ਦੀ ਕੋਈ ਕਾਨੂੰਨੀ ਵੈਲਿਊ ਨਹੀਂ ਰਹਿੰਦੀ। ਤਾਂ ਹੁਣ ਜਦੋਂ ਕੇਸ ਇੰਨਾ ਕਮਜ਼ੋਰ ਹੈ ਤਾਂ ਕੀਤਾ ਕੀ ਜਾਵੇ? ਪਟੀਸ਼ਨਰ ਨੇ ਹਾਈ ਕੋਰਟ ਅੱਗੇ ਕੀ ਮੰਗ ਰੱਖੀ ਹੈ? ਆਓ ਦੇਖਦੇ ਹਾਂ। ਪਟੀਸ਼ਨ ਵਿੱਚ ਅਦਾਲਤ ਤੋਂ 3 ਮੁੱਖ ਗੱਲਾਂ ਮੰਗੀਆਂ ਗਈਆਂ ਹਨ। ਪਹਿਲੀ, ਕਰਮ ਸਿੰਘ ਨੂੰ ਤੁਰੰਤ ਰਿਹਾ ਕੀਤਾ ਜਾਵੇ, ਜਿਸ ਨੂੰ ਹੇਬੀਅਸ ਕਾਰਪਸ ਕਹਿੰਦੇ ਹਨ। ਦੂਜਾ, ਜੇ ਰਿਹਾਈ ਨਹੀਂ ਤਾਂ ਘੱਟੋ-ਘੱਟ ਕਿਸੇ ਆਜ਼ਾਦ ਏਜੰਸੀ ਤੋਂ ਪੂਰੇ ਕੇਸ ਦੀ ਨਵੇਂ ਸਿਰੇ ਤੋਂ ਜਾਂਚ ਕਰਵਾਈ ਜਾਵੇ। ਤੇ ਤੀਜਾ, ਜੋ ਗਲਤ ਮੁਕੱਦਮਾ ਚੱਲ ਰਿਹਾ ਹੈ ਉਸ ਤੇ ਤੁਰੰਤ ਰੋਕ ਲਗਾਈ ਜਾਵੇ। ਦੇਖੋ, ਇਹ ਮਾਮਲਾ ਸਿਰਫ ਕਰਮ ਸਿੰਘ ਦਾ ਨਹੀਂ ਹੈ, ਇਹ ਇਸ ਤੋਂ ਬਹੁਤ ਵੱਡਾ ਹੈ। ਇਹ ਸਾਡੇ ਬੁਨਿਆਦੀ ਹੱਕਾਂ ਅਤੇ ਸਾਡੀ ਪੂਰੀ ਨਿਆਂ ਪ੍ਰਣਾਲੀ ਦੇ ਕੰਮ ਕਰਨ ਦੇ ਤਰੀਕੇ ਤੇ ਇੱਕ ਗੰਭੀਰ ਸਵਾਲ ਖੜਾ ਕਰਦਾ ਹੈ। ਪਟੀਸ਼ਨ ਵਿੱਚ ਦਲੀਲ ਦਿੱਤੀ ਗਈ ਹੈ ਕਿ ਇਹ ਸਿਰਫ ਇੱਕ ਮਾੜੀ ਜਾਂਚ ਦਾ ਮਾਮਲਾ ਨਹੀਂ, ਇਹ ਸਾਡੇ ਸੰਵਿਧਾਨ ਦੀ ਉਲੰਘਣਾ ਹੈ। ਇੱਥੇ 2 ਬੁਨਿਆਦੀ ਅਧਿਕਾਰ ਦਾਅਵ ਤੇ ਲੱਗੇ ਹੋਏ ਨੇ, ਕਾਨੂੰਨ ਦੇ ਸਾਹਮਣੇ ਬਰਾਬਰੀ ਦਾ ਹੱਕ ਅਤੇ ਜਿਉਣ ਅਤੇ ਨਿੱਜੀ ਆਜ਼ਾਦੀ ਦਾ ਹੱਕ। ਤੇ ਸਭ ਤੋਂ ਅਹਿਮ ਨੁਕਤਾ ਇਹੀ ਹੈ,
ਇੱਕ ਨਿਰਪੱਖ ਜਾਂਚ ਕੋਈ ਵਿਕਲਪ ਨਹੀਂ, ਇਹ ਹਰ ਨਾਗਰਿਕ ਦਾ ਬੁਨਿਆਦੀ ਹੱਕ ਹੈ। ਜੇਕਰ ਜਾਂਚ ਹੀ ਸ਼ੁਰੂ ਤੋਂ ਗਲਤ ਹੈ ਤਾਂ ਫਿਰ ਪੂਰੀ ਨਿਆਂ ਪ੍ਰਕਿਰਿਆ ਦਾ ਮਤਲਬ ਹੀ ਕੀ ਰਹਿ ਜਾਂਦਾ ਹੈ। ਅਤੇ ਇਸ ਵਿਚਾਰ ਨੂੰ ਸੁਪਰੀਮ ਕੋਰਟ ਦੀ ਹਿਮਾਇਤ ਵੀ ਹਾਸਲ ਹੈ। ਇੱਕ ਹੋਰ ਮਸ਼ਹੂਰ ਕੇਸ ਵਿੱਚ ਅਦਾਲਤ ਨੇ ਸਾਫ਼ ਕਿਹਾ ਸੀ ਕਿ ਨਿਰਪੱਖ ਜਾਂਚ ਦਾ ਅਧਿਕਾਰ ਜਿਉਣ ਅਤੇ ਆਜ਼ਾਦੀ ਦੇ ਅਧਿਕਾਰ ਦਾ ਇੱਕ ਅਟੁੱਟ ਹਿੱਸਾ ਹੈ। ਤਾਂ ਇਹ ਮਾਮਲਾ ਸਾਨੂੰ ਸਾਰਿਆਂ ਨੂੰ ਇੱਕ ਬਹੁਤ ਵੱਡੇ ਅਤੇ ਗੰਭੀਰ ਸਵਾਲ ਨਾਲ ਛੱਡ ਜਾਂਦਾ ਹੈ। ਜੇ ਇੱਕ ਕੇਸ ਵਿੱਚ ਅਜਿਹੀਆਂ ਖਾਮੀਆਂ ਸਾਹਮਣੇ ਆ ਸਕਦੀਆਂ ਹਨ ਤਾਂ ਇਹ ਸੋਚਣਾ ਲਾਜ਼ਮੀ ਹੈ ਕਿ ਸਾਡੇ ਨਿਆਂ ਪ੍ਰਣਾਲੀ ਵਿੱਚ ਅਜਿਹੇ ਹੋਰ ਕਿੰਨੇ ਮਾਮਲੇ ਹੋਣਗੇ ਜਿੱਥੇ ਸੱਚਾਈ ਅਤੇ ਇਨਸਾਫ ਇੱਕ ਬਹੁਤ ਹੀ ਪਤਲੇ, ਕਮਜ਼ੋਰ ਸਬੂਤ ਦੇ ਧਾਗੇ ਨਾਲ ਬੰਨੇ ਹੋਏ ਹਨ।